ਸਤਿ ਸ਼੍ਰੀ ਅਕਾਲ ਜੀ। ਕਦੇ ਸੋਚਿਆ ਕਿ ਕਿਸੇ ਵੀ ਸਰਕਾਰ ਦੀ ਬੇਅੰਤ ਤਾਕਤ ਤੇ ਲਗਾਮ ਕੌਣ ਲਾਉਂਦਾ ਹੈ? ਵੈਲ, ਭਾਰਤ ਵਿੱਚ ਇਸ ਦਾ ਜਵਾਬ ਹੈ ਸਾਡੇ ਮੌਲਿਕ ਅਧਿਕਾਰ। ਇਹ ਸਿਰਫ ਕੋਈ ਕਾਨੂੰਨੀ ਸ਼ਬਦ ਨਹੀਂ, ਸਗੋਂ ਹਰ ਨਾਗਰਿਕ ਲਈ ਇੱਕ ਢਾਲ ਵਾਂਗ ਨੇ। ਚਲੋ ਫਿਰ ਅੱਜ ਦੇਖਦੇ ਹਾਂ ਕਿ ਇਹ ਢਾਲ ਆਖਿਰ ਕੰਮ ਕਿਵੇਂ ਕਰਦੀ ਹੈ। ਤਾਂ ਸਵਾਲ ਇਹੀ ਹੈ ਕਿ ਤਾਕਤ ਨੂੰ ਤਾਨਾਸ਼ਾਹ ਬਣਨ ਤੋਂ ਕੌਣ ਰੋਕਦਾ ਹੈ? ਇਸ ਦਾ ਜਵਾਬ ਸਾਨੂੰ ਮਿਲਦਾ ਹੈ ਭਾਰਤੀ ਸੰਵਿਧਾਨ ਦੇ ਭਾਗ 3 ਵਿੱਚ, ਜਿਸ ਨੂੰ ਆਪਾਂ ਕਹਿੰਦੇ ਹਾਂ ਮੌਲਿਕ ਅਧਿਕਾਰ। ਚਲੋ ਇਸ ਨੂੰ ਥੋੜਾ ਹੋਰ ਡੂੰਘਾਈ ਨਾਲ ਸਮਝਦੇ ਹਾਂ। ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਖੇਡ ਦੇ ਨਿਯਮ ਸਮਝਣੇ ਪੈਣਗੇ। ਮਤਲਬ ਆਪਣੇ ਹੱਕਾਂ ਦੀ ਗੱਲ ਕਰਨ ਤੋਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਆਪਾਂ ਇਹ ਹੱਕ ਮੰਗ ਕਿਸ ਤੋਂ ਸਕਦੇ ਹਾਂ। ਆਖਰਕਾਰ ਇਸ ਸਭ ਲਈ ਜਵਾਬਦੇਹ ਕੌਣ ਹੈ? ਇੱਥੇ ਸੰਵਿਧਾਨ ਦਾ ਅਨੁਛੇਦ 12 ਸਾਹਮਣੇ ਆਉਂਦਾ ਹੈ, ਜੋ ਰਾਜ ਯਾਨੀ ਦ ਸਟੇਟ ਸ਼ਬਦ ਨੂੰ ਪਰਿਭਾਸ਼ਿਤ ਕਰਦਾ ਹੈ। ਹੁਣ ਦੇਖੋ, ਇੱਥੇ ਰਾਜ ਦਾ ਮਤਲਬ ਪੰਜਾਬ, ਹਰਿਆਣਾ ਜਾਂ ਕੋਈ ਹੋਰ ਸੂਬਾ ਨਹੀਂ ਹੈ। ਇਸ ਦਾ ਮਤਲਬ ਕਿਤੇ ਜ਼ਿਆਦਾ ਵੱਡਾ ਹੈ। ਇਸ ਵਿੱਚ ਕੇਂਦਰ ਸਰਕਾਰ ਤੋਂ ਲੈ ਕੇ ਸੂਬਾ ਸਰਕਾਰਾਂ ਤੇ ਇੱਥੋਂ ਤੱਕ ਕਿ ਸਥਾਨਿਕ ਪੰਚਾਇਤਾਂ ਤੱਕ ਸਭ ਕੁਝ ਸ਼ਾਮਿਲ ਹੈ। ਤੇ ਦੇਖੋ, ਰਾਜ ਦੀ ਇਹ ਪਰਿਭਾਸ਼ਾ ਕਿੰਨੀ ਵਿਸ਼ਾਲ ਹੈ। ਇਸ ਵਿੱਚ ਸਿਰਫ ਸਰਕਾਰਾਂ ਹੀ ਨਹੀਂ, ਸਗੋਂ ਸਾਡੀਆਂ ਨਗਰਪਾਲਿਕਾਵਾਂ, ਪੰਚਾਇਤਾਂ ਤੇ ਹੋਰ ਤਾਂ ਹੋਰ LIC, ONGC ਤੇ ਸੇਲ ਵਰਗੀਆਂ ਵੱਡੀਆਂ ਸਰਕਾਰੀ ਕੰਪਨੀਆਂ ਵੀ ਸ਼ਾਮਿਲ ਨੇ। ਤੇ ਸਭ ਤੋਂ ਦਿਲਚਸਪ ਗੱਲ, ਜੇ ਕੋਈ ਪ੍ਰਾਈਵੇਟ ਏਜੰਸੀ ਵੀ ਸਰਕਾਰ ਦੇ ਇੱਕ ਸਾਧਨ ਵਜੋਂ ਕੰਮ ਕਰ ਰਹੀ ਹੈ ਤਾਂ ਉਹ ਵੀ ਇਸ ਦੇ ਦਾਇਰੇ ਵਿੱਚ ਆ ਜਾਂਦੀ ਹੈ। ਤਾਂ ਫਿਰ ਇਸ ਸਭ ਦਾ ਮਤਲਬ ਕੀ ਨਿਕਲਿਆ? ਇਸ ਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਜੇਕਰ ਇਹਨਾਂ ਵਿੱਚੋਂ ਕੋਈ ਵੀ ਸੰਸਥਾ ਕਿਸੇ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ ਤਾਂ ਉਹਨਾਂ ਦੇ ਕੰਮਾਂ ਨੂੰ ਸਿੱਧਾ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ। ਇਹੀ ਤਾਂ ਹੈ ਅਸਲ ਜਵਾਬਦੇਹੀ ਦੀ ਨੀਂਹ। ਠੀਕ ਹੈ, ਹੁਣ ਜਦੋਂ ਆਪਾਂ ਇਹ ਸਮਝ ਗਏ ਹਾਂ ਕਿ ਜਵਾਬਦੇਹ ਕੌਣ ਹੈ, ਤਾਂ ਚਲੋ ਹੁਣ ਸਭ ਤੋਂ ਬੁਨਿਆਦੀ, ਸਭ ਤੋਂ ਜ਼ਰੂਰੀ ਅਧਿਕਾਰ ਦੀ ਗੱਲ ਕਰੀਏ, ਸਾਡੇ ਜੀਵਨ ਅਤੇ ਨਿੱਜੀ ਆਜ਼ਾਦੀ ਦਾ ਅਧਿਕਾਰ। ਅਨੁਛੇਦ 21 ਇਹ ਕਹਿੰਦਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਤੋਂ ਬਿਨਾਂ ਉਸ ਦੀ ਜ਼ਿੰਦਗੀ ਜਾਂ ਨਿੱਜੀ ਆਜ਼ਾਦੀ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ। ਹੁਣ ਦੇਖਣ ਨੂੰ ਇੱਕ ਸਧਾਰਨ ਜਿਹਾ ਵਾਕ ਲੱਗਦਾ ਹੈ, ਪਰ ਸੁਪਰੀਮ ਕੋਰਟ ਨੇ ਇਸ ਦੀ ਵਿਆਖਿਆ ਇੰਨੀ ਵਧੀਆ ਕੀਤੀ ਹੈ ਕਿ ਅੱਜ ਇਸ ਵਿੱਚ ਨਿੱਜਤਾ ਦਾ ਅਧਿਕਾਰ ਅਤੇ ਇੱਕ ਸਾਫ਼-ਸੁਥਰੇ ਵਾਤਾਵਰਣ ਦਾ ਅਧਿਕਾਰ ਵੀ ਸ਼ਾਮਿਲ ਹੈ। ਅਤੇ ਇਸ ਅਧਿਕਾਰ ਦੀ ਸੁਰੱਖਿਆ ਸਮੇਂ ਦੇ ਨਾਲ-ਨਾਲ ਬਹੁਤ ਮਜ਼ਬੂਤ ਹੋਈ ਹੈ। ਦੇਖੋ, ਸ਼ੁਰੂ ਵਿੱਚ AK ਗੋਪਾਲਨ ਕੇਸ ਵਿੱਚ ਅਦਾਲਤ ਸਿਰਫ ਇਹ ਦੇਖਦੀ ਸੀ ਕਿ ਕਾਨੂੰਨ ਬਣਾਉਣ ਦਾ ਤਰੀਕਾ ਸਹੀ ਸੀ ਜਾਂ ਨਹੀਂ, ਬਸ। ਪਰ ਫਿਰ ਆਇਆ 1978 ਦਾ ਮੇਨਕਾ ਗਾਂਧੀ ਕੇਸ, ਜਿਸ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ। ਹੁਣ ਅਦਾਲਤ ਇਹ ਵੀ ਦੇਖਦੀ ਹੈ ਕਿ ਕੀ ਕਾਨੂੰਨ ਆਪਣੇ ਆਪ ਵਿੱਚ ਨਿਰਪੇਖ, ਸਹੀ ਤੇ ਵਾਜਬ ਹੈ। ਇਹ ਇੱਕ ਬਹੁਤ ਵੱਡਾ ਬਦਲਾਅ ਸੀ, ਜਿਸ ਨੇ ਨਾਗਰਿਕਾਂ ਨੂੰ ਬਹੁਤ ਤਾਕਤ ਦਿੱਤੀ। ਚਲੋ ਹੁਣ ਆਪਾਂ ਉਹਨਾਂ ਅਧਿਕਾਰਾਂ ਵੱਲ ਵਧਦੇ ਹਾਂ ਜੋ ਖਾਸ ਤੌਰ ਤੇ ਸਮਾਜ ਦੇ ਕਮਜ਼ੋਰ ਵਰਗਾਂ ਲਈ ਇੱਕ ਸੁਰੱਖਿਆ ਕਵਚ ਵਾਂਗ ਕੰਮ ਕਰਦੇ ਹਨ। ਇਸੇ ਸੁਰੱਖਿਆ ਕਵਚ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ ਅਨੁਛੇਦ 21A, ਯਾਨੀ ਸਿੱਖਿਆ ਦਾ ਅਧਿਕਾਰ। ਸ਼ਾਇਦ ਇਹ ਜਾਣ ਕੇ ਹੈਰਾਨੀ ਹੋਵੇ ਕਿ 2002 ਵਿੱਚ 86ਵੀਂ ਸੋਧ ਰਾਹੀਂ ਸੰਵਿਧਾਨ ਵਿੱਚ ਜੋੜਿਆ ਗਿਆ ਸੀ ਤੇ ਇਸ ਨੂੰ ਇੱਕ ਮੌਲਿਕ ਅਧਿਕਾਰ ਬਣਾ ਦਿੱਤਾ ਗਿਆ। ਇਹ ਅਧਿਕਾਰ ਰਾਜ ਨੂੰ ਇਸ ਗੱਲ ਲਈ ਪਾਬੰਦ ਕਰਦਾ ਹੈ ਕਿ ਉਹ 6 ਤੋਂ 14 ਸਾਲ ਦੀ ਉਮਰ ਦੇ ਸਾਰੇ ਬੱਚਿਆਂ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਪ੍ਰਦਾਨ ਕਰੇ। ਯਾਦ ਰੱਖਣਾ, ਇਹ ਸਿਰਫ ਇੱਕ ਵਾਅਦਾ ਨਹੀਂ ਹੈ, ਬਲਕਿ ਇੱਕ ਸੰਵਿਧਾਨਿਕ ਗਾਰੰਟੀ ਹੈ। ਅੱਗੇ ਹੈ ਅਨੁਛੇਦ 22, ਜੋ ਗ੍ਰਿਫਤਾਰੀ ਅਤੇ ਨਜ਼ਰਬੰਦੀ ਦੇ ਮਾਮਲਿਆਂ ਵਿੱਚ ਸੁਰੱਖਿਆ ਦਿੰਦਾ ਹੈ। ਦੇਖੋ, ਨਜ਼ਰਬੰਦੀ 2 ਤਰ੍ਹਾਂ ਦੀ ਹੁੰਦੀ ਹੈ। ਇੱਕ ਹੁੰਦੀ ਹੈ ਦੰਡਕਾਰੀ, ਯਾਨੀ ਜਦੋਂ ਕਿਸੇ ਜੁਰਮ ਲਈ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸਜ਼ਾ ਮਿਲਦੀ ਹੈ। ਦੂਜੀ ਹੁੰਦੀ ਹੈ ਰੋਕਥਾਮ, ਜਿਸ ਵਿੱਚ ਭਵਿੱਖ ਵਿੱਚ ਕਿਸੇ ਜੁਰਮ ਨੂੰ ਰੋਕਣ ਲਈ ਬਿਨਾਂ ਮੁਕੱਦਮੇ ਦੇ ਹੀ ਕਿਸੇ ਨੂੰ ਹਿਰਾਸਤ ਵਿੱਚ ਲਿਆ ਜਾਂਦਾ ਹੈ। ਆਮ ਕਾਨੂੰਨ ਦੇ ਤਹਿਤ ਜੇਕਰ ਕਿਸੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਉਸ ਨੂੰ ਕੁਝ ਬਹੁਤ ਹੀ ਸਪਸ਼ਟ ਅਧਿਕਾਰ ਮਿਲਦੇ ਨੇ। ਪਹਿਲਾ, ਗ੍ਰਿਫਤਾਰੀ ਦਾ ਕਾਰਨ ਜਾਣਨ ਦਾ ਹੱਕ। ਦੂਜਾ, ਆਪਣੀ ਪਸੰਦ ਦੇ ਵਕੀਲ ਨਾਲ ਸਲਾਹ ਕਰਨ ਦਾ ਹੱਕ। ਤੀਜਾ, 24 ਘੰਟਿਆਂ ਦੇ ਅੰਦਰ-ਅੰਦਰ ਮੈਜਿਸਟ੍ਰੇਟ ਸਾਹਮਣੇ ਪੇਸ਼ ਹੋਣ ਦਾ ਹੱਕ। ਅਤੇ ਚੌਥਾ, ਜੇਕਰ ਮੈਜਿਸਟ੍ਰੇਟ ਹੋਰ ਹਿਰਾਸਤ ਦੀ ਆਗਿਆ ਨਾ ਦੇਵੇ ਤਾਂ 24 ਘੰਟਿਆਂ ਬਾਅਦ ਰਿਹਾ ਹੋਣ ਦਾ ਹੱਕ। ਅਤੇ ਇਹਨਾਂ ਵਿੱਚੋਂ ਸਭ ਤੋਂ ਜ਼ਰੂਰੀ ਹੈ ਇਹ 24 ਘੰਟਿਆਂ ਦੀ ਸਮਾਂ ਸੀਮਾ। ਸਫ਼ਰ ਦਾ ਸਮਾਂ ਕੱਢ ਕੇ ਪੁਲਿਸ ਕਿਸੇ ਨੂੰ ਵੀ 24 ਘੰਟਿਆਂ ਤੋਂ ਵੱਧ ਸਮੇਂ ਲਈ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤੇ ਬਿਨਾਂ ਹਿਰਾਸਤ ਵਿੱਚ ਨਹੀਂ ਰੱਖ ਸਕਦੀ। ਇਹ ਮਨਮਾਨੀ ਹਿਰਾਸਤ ਦੇ ਖਿਲਾਫ ਇੱਕ ਬਹੁਤ ਵੱਡੀ ਸੁਰੱਖਿਆ ਹੈ। ਇਸ ਤੋਂ ਬਾਅਦ ਆਂਦਾ ਹੈ ਅਨੁਛੇਦ 23, ਜੋ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਦੀ ਗੱਲ ਕਰਦਾ ਹੈ।
ਇਹ ਮਨੁੱਖੀ ਤਸਕਰੀ ਅਤੇ ਬੇਗਾਰ ਯਾਨੀ ਕਿ ਬਿਨਾਂ ਪੈਸੇ ਦਿੱਤੇ ਜ਼ਬਰਦਸਤੀ ਕੰਮ ਕਰਵਾਉਣ ਵਰਗੀਆਂ ਪ੍ਰਥਾਵਾਂ ਤੇ ਸਿੱਧੀ ਪਾਬੰਦੀ ਲਗਾਉਂਦਾ ਹੈ। ਤੇ ਸ਼ੋਸ਼ਣ ਦੇ ਦਾਇਰੇ ਵਿੱਚ ਕੀ ਆਉਂਦਾ ਹੈ? ਮਰਦਾਂ, ਔਰਤਾਂ ਅਤੇ ਬੱਚਿਆਂ ਦੀ ਖਰੀਦੋ-ਫਰੋਖਤ, ਵੇਸਵਾਗਮਨੀ ਅਤੇ ਗੁਲਾਮੀ। ਇਹ ਸਭ ਘਿਨੌਣੀਆਂ ਪ੍ਰਥਾਵਾਂ ਇਸ ਵਿੱਚ ਸ਼ਾਮਿਲ ਹਨ, ਜਿਨ੍ਹਾਂ ਨੂੰ ਸਾਡਾ ਸੰਵਿਧਾਨ ਪੂਰੀ ਤਰ੍ਹਾਂ ਗੈਰ-ਕਾਨੂੰਨੀ ਕਰਾਰ ਦਿੰਦਾ ਹੈ। ਇਸੇ ਤਰ੍ਹਾਂ ਅਨੁਛੇਦ 24 ਸਾਡੇ ਬੱਚਿਆਂ ਦੀ ਸੁਰੱਖਿਆ ਕਰਦਾ ਹੈ। ਇਹ ਬਿਲਕੁਲ ਸਪਸ਼ਟ ਕਰਦਾ ਹੈ ਕਿ 14 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਨੂੰ ਕਿਸੇ ਫੈਕਟਰੀ, ਖਾਨ ਜਾਂ ਕਿਸੇ ਹੋਰ ਖਤਰਨਾਕ ਕੰਮ ਵਿੱਚ ਨਹੀਂ ਲਗਾਇਆ ਜਾ ਸਕਦਾ। ਹਾਲਾਂਕਿ ਬਾਅਦ ਵਿੱਚ ਬਣੇ ਕਾਨੂੰਨਾਂ ਨੇ ਇਸ ਸੁਰੱਖਿਆ ਦਾ ਦਾਇਰਾ ਹੋਰ ਵੀ ਵਧਾ ਦਿੱਤਾ ਹੈ। ਤੇ ਹੁਣ ਆਪਾਂ ਪਹੁੰਚੇ ਹਾਂ ਵਿਸ਼ਵਾਸ ਦੀ ਆਜ਼ਾਦੀ ਤੇ। ਇਹ ਉਹ ਅਧਿਕਾਰ ਹਨ ਜੋ ਸਹੀ ਮਾਇਨੇ ਵਿੱਚ ਭਾਰਤ ਦੀ ਵਿਭਿੰਨਤਾ ਦੀ ਨੀਂਹ ਹਨ ਅਤੇ ਹਰ ਇੱਕ ਦੇ ਨਿੱਜੀ ਵਿਸ਼ਵਾਸ ਦੀ ਰੱਖਿਆ ਕਰਦੇ ਹਨ। ਅਨੁਛੇਦ 25 ਧਾਰਮਿਕ ਆਜ਼ਾਦੀ ਦੇ 4 ਮੁੱਖ ਤੰਮਾਂ ਦੀ ਗੱਲ ਕਰਦਾ ਹੈ। ਪਹਿਲਾ, ਜ਼ਮੀਰ ਦੀ ਆਜ਼ਾਦੀ, ਯਾਨੀ ਕਿਸੇ ਵੀ ਧਰਮ ਨੂੰ ਮੰਨਣ ਜਾਂ ਨਾ ਮੰਨਣ ਦੀ ਪੂਰੀ ਆਜ਼ਾਦੀ। ਦੂਜਾ, ਆਪਣੇ ਧਰਮ ਨੂੰ ਖੁੱਲ੍ਹ ਕੇ ਮੰਨਣ ਦਾ ਅਧਿਕਾਰ। ਤੀਜਾ, ਆਪਣੇ ਧਾਰਮਿਕ ਰੀਤੀ-ਰਿਵਾਜਾਂ ਨੂੰ ਪੂਰਾ ਕਰਨ ਦਾ ਅਧਿਕਾਰ। ਅਤੇ ਚੌਥਾ, ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਅਧਿਕਾਰ। ਪਰ ਇੱਥੇ ਇੱਕ ਗੱਲ ਬਹੁਤ ਜ਼ਰੂਰੀ ਹੈ, ਪ੍ਰਚਾਰ ਦੇ ਹੱਕ ਵਿੱਚ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣਾ ਸ਼ਾਮਿਲ ਨਹੀਂ ਹੈ। ਹੁਣ ਇੱਥੇ ਇੱਕ ਬਹੁਤ ਹੀ ਸੂਖਮ ਪਰ ਮਹੱਤਵਪੂਰਨ ਫਰਕ ਹੈ। ਦੇਖੋ, ਜਿੱਥੇ ਅਨੁਛੇਦ 25 ਇੱਕ ਵਿਅਕਤੀ ਦੇ ਧਾਰਮਿਕ ਅਧਿਕਾਰਾਂ ਦੀ ਗੱਲ ਕਰਦਾ ਹੈ, ਉੱਥੇ ਹੀ ਅਨੁਛੇਦ 26 ਪੂਰੇ ਧਾਰਮਿਕ ਸਮੂਹਾਂ ਜਾਂ ਸੰਪਰਦਾਵਾਂ ਨੂੰ ਆਪਣੇ ਧਾਰਮਿਕ ਮਾਮਲਿਆਂ ਦਾ ਪ੍ਰਬੰਧਨ ਕਰਨ ਦਾ ਅਧਿਕਾਰ ਦਿੰਦਾ ਹੈ। ਯਾਨੀ ਇੱਕ ਵਿਅਕਤੀ ਲਈ ਹੈ ਤੇ ਦੂਜਾ ਪੂਰੇ ਸਮੂਹ ਲਈ। ਇਸ ਤੋਂ ਬਾਅਦ ਹੈ ਅਨੁਛੇਦ 27 ਜੋ ਵਿੱਤੀ ਧਰਮ ਨਿਰਪੱਖਤਾ ਦੇ ਸਿਧਾਂਤ ਨੂੰ ਪੱਕਾ ਕਰਦਾ ਹੈ। ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਖਾਸ ਧਰਮ ਨੂੰ ਉਤਸ਼ਾਹਿਤ ਕਰਨ ਲਈ ਕੋਈ ਟੈਕਸ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਮਤਲਬ ਸਰਕਾਰੀ ਪੈਸਾ ਜੋ ਸਾਡੇ ਟੈਕਸਾਂ ਤੋਂ ਆਉਂਦਾ ਹੈ, ਕਿਸੇ ਇੱਕ ਧਰਮ ਦੇ ਪ੍ਰਚਾਰ ਲਈ ਨਹੀਂ ਵਰਤਿਆ ਜਾ ਸਕਦਾ। ਪਰ ਇਹਨਾਂ ਸਾਰੀਆਂ ਸੁਰੱਖਿਆਵਾਂ ਦੇ ਬਾਵਜੂਦ ਇੱਕ ਤੱਥ ਸੱਚਮੁੱਚ ਹੈਰਾਨ ਕਰਨ ਵਾਲਾ ਹੈ। ਦੁਨੀਆ ਦੇ ਕਿਸੇ ਵੀ ਹੋਰ ਲੋਕਤੰਤਰੀ ਦੇਸ਼ ਨੇ ਰੋਕਥਾਮ ਨਜ਼ਰਬੰਦੀ ਯਾਨੀ ਪ੍ਰੀਵੈਂਟਿਵ ਡਿਟੈਂਸ਼ਨ ਨੂੰ ਆਪਣੇ ਸੰਵਿਧਾਨ ਦਾ ਇੰਨਾ ਅਹਿਮ ਹਿੱਸਾ ਨਹੀਂ ਬਣਾਇਆ ਜਿੰਨਾ ਭਾਰਤ ਨੇ ਬਣਾਇਆ ਹੈ। ਇਹ ਇੱਕ ਅਜਿਹਾ ਪਹਿਲੂ ਹੈ ਜੋ ਭਾਰਤੀ ਸੰਵਿਧਾਨ ਨੂੰ ਬਹੁਤ ਵਿਲੱਖਣ ਤੇ ਨਾਲ ਹੀ ਗੁੰਝਲਦਾਰ ਵੀ ਬਣਾਉਂਦਾ ਹੈ। ਤਾਂ ਜਾਂਦੇ-ਜਾਂਦੇ ਇੱਕ ਸਵਾਲ ਛੱਡ ਕੇ ਜਾ ਰਹੇ ਹਾਂ, ਜਿਸ ਤੇ ਸੋਚ-ਵਿਚਾਰ ਜ਼ਰੂਰ ਕਰਨਾ। ਇਨ੍ਹਾਂ ਸਾਰੇ ਮਹੱਤਵਪੂਰਨ ਅਧਿਕਾਰਾਂ ਵਿੱਚੋਂ ਉਹ ਕਿਹੜਾ ਇੱਕ ਅਧਿਕਾਰ ਹੈ ਜਿਸ ਤੋਂ ਬਿਨਾਂ ਇੱਕ ਲੋਕਤੰਤਰ ਜਿਉਂਦਾ ਹੀ ਨਹੀਂ ਰਹਿ ਸਕਦਾ?